चमड़ी के नाल अजकल बहुत समस्या चल रही है, ये मौसम के करके है या कोई शरीर के विच अजिही कोई कोई कमी आ गई है जिहदे नाल चमड़ी के रोग वध रहे हैं? साडा खान पान बिगड़ गया जिहदे करके साडे शरीर दे विच नुक्स आउंदे आ। चमड़ी रोग बहुत तरह के ने, जिस तरह के खारश, चंबल, दद्दर, लूत, अगजीमा, सोराइसिस, शरीर ते धफ्फड़ होने, शरीर ते दाने हो जाने, शरीर दे विच त्रेड़ां जिहियां पै जाणियां, शरीर ते काले नीले दाग पै जाने, सिर दे विच सिकरी दा हो जाना। खारश की तो धफ्फड़ां की अजकल बहुत ज़्यादा समस्या है। ਜਿਹੜੀਆਂ ਸਬਜ਼ੀਆਂ ਨੂੰ ਪੈਸਟੀਸਾਈਡ ਪੈਂਦੀਆਂ, ਦਵਾਈਆਂ ਪੈਂਦੀਆਂ ਜ਼ਹਿਰੀਲੀਆਂ, ਉਹਨਾਂ ਦੇ ਅਸਰ ਸਾਡੇ ਸਰੀਰ ਵਿੱਚ ਜਾਂਦੇ ਆ ਔਰ ਸਾਡੇ ਖੂਨ ਵਿੱਚ, ਸਾਡੀ ਚਮੜੀ ਵਿੱਚ ਐਸੇ ਨੁਕਸ ਪੈ ਜਾਂਦੇ ਆ ਜਿਨ੍ਹਾਂ ਕਰਕੇ ਸਾਡੇ ਧੱਫੜ ਨਿਕਲਦੇ ਆ, ਖਾਰਸ਼ ਹੁੰਦੀ ਆ। ਤੁਸੀਂ ਦਹੀਂ ਦੇ ਵਿੱਚ ਤੇਲ ਪਾ ਕੇ, ਹਲਦੀ ਪਾ ਕੇ ਤੁਸੀਂ ਮਲੋ तो ਤੁਹਾਡਾ शरीर की चमड़ी जी नरम हो जाएगी, सॉफ्ट हो जाएगी, चमक वाली हो जाएगी और कई बीमारियां कटियां जाएगी। वालों के झड़न की समस्या अजकल आम कहते हैं भी यार पानी खराब हो गया, वाल झड़ने शुरू हो गए, ਜਾਂ ਕਹਿੰਦੇ ਵੀ ਬੰਦਾ ਸਟ੍ਰੈਸ ਬਹੁਤ ਲੈ ਰਿਹਾ ਤਾਂ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ, ਇਹਦਾ ਕੀ ਕਾਰਨ? ਵਾਲ ਜਦੋਂ ਚਿੱਟਾ ਹੁੰਦਾ ਪਹਿਲਾਂ ਸਿਰੇ ਤੋਂ ਵਾਲ ਚਿੱਟਾ ਹੋਣਾ ਸ਼ੁਰੂ ਹੁੰਦਾ ਤੇ ਉਹ ਫਿਰ ਹੌਲੀ ਹੌਲੀ ਪਿਛਾਂਹ ਨੂੰ ਸੁੱਕਦਾ। ਕਈਆਂ ਦੇ ਵਾਲ ਜਿਹੜੇ ਆ ਉਹ ਇਸ ਤਰ੍ਹਾਂ ਸਿਰ ਤੋਂ ਇਸ ਤਰ੍ਹਾਂ ਟਿੱਕਰੀਆਂ ਵਾਂਗੂ ਨਿਕਲ ਜਾਂਦੇ ਆ, ਦਾੜੀ ਚੋਂ ਟਿੱਕਰੀਆਂ ਵਾਂਗੂ ਨਿਕਲ ਜਾਂਦੇ, ਕਈਆਂ ਦੀਆਂ ਮੁੱਛਾਂ ਝੜ ਜਾਂਦੀਆਂ, ਕਈਆਂ ਨੂੰ ਵਾਲ ਆਉਂਦੇ ਹੀ ਨਹੀਂ। ਇਹ ਇੱਕ ਬਿਮਾਰੀ ਆ, ਇੱਕ ਕੀੜਾ ਹੁੰਦਾ ਆ, ਉਹਦਾ ਵੀ ਇਲਾਜ ਜਿਹੜਾ ਆਯੁਰਵੈਦਿਕ 'ਚ ਆ, ਆਮ ਉਹਦਾ ਇਲਾਜ ਨਹੀਂ ਹੈਗਾ। ਜਦੋਂ ਥੋੜ੍ਹੀ ਉਮਰ 'ਚ ਵਾਲ ਚਿੱਟੇ ਹੋ ਜਾਂਦੇ ਆ ਨਾ, ਤੇ ਉਹ ਜਿੰਨੇ ਆ ਰੰਗ ਲਾਉਂਦੇ ਆ ਜਾਂ ਹੋਰ ਇਹੋ ਜਿਹੀਆਂ ਜਿੰਨੀਆਂ ਚੀਜ਼ਾਂ ਲਾਉਂਦੇ ਆ, ਉਹ ਇੱਕ ਵਾਰੀ ਲਾ ਲਓ ਤੁਸੀਂ ਤੇ ਸਮਝੋ ਵੀ ਲਾਗੋ ਸਾਰੇ ਹੀ ਹੋ ਗਏ। ਕਿਉਂਕਿ ਉਹਦੇ ਵਿੱਚ ਤੇਜ਼ਾਬ ਹੁੰਦਾ, ਉਹਨੂੰ ਘੱਟ ਇਸਤੇਮਾਲ ਕਰਨਾ ਚਾਹੀਦਾ। ਸਿਕਾਕਾਈ, ਆਮਲਾ, ਰੇਠਾ, ਇਸ ਤਰ੍ਹਾਂ 3-4 ਚੀਜ਼ਾਂ ਨੇ, ਇਹਨਾਂ ਨੂੰ ਪਾ ਕੇ ਅਸੀਂ ਆਪਣੇ ਸਿਰ ਦੇ ਵਿੱਚ ਜਿਹੜਾ ਇਹਨਾਂ ਨੂੰ ਇਹਦੇ ਨਾਲ ਸਿਰ ਧੋਣਾ ਚਾਹੀਦਾ, ਜਾਂ ਇਹਨਾਂ ਨੂੰ ਵਾਲਾਂ 'ਤੇ ਲਾ ਕੇ ਅੱਧਾ ਪੌਣਾ ਘੰਟਾ ਜਿਹੜਾ ਵਿੱਚ ਅੰਬ ਦੀਆਂ ਗਿਟਕਾਂ ਜੇ ਪੈ ਜਾਣ ਤੇ ਹੋਰ ਵਧੀਆ, ਇਹਦਾ ਲੇਪ ਕਰੋ, ਅੱਧੇ ਘੰਟੇ ਬਾਅਦ ਨਹਾ ਲਓ ਤੇ ਇਹ ਵਾਲ ਵੀ ਕਾਲੇ ਕਰਦਾ ਔਰ ਵਾਲ ਝੜਨੋਂ ਵੀ ਹਟਾਉਂਦਾ। ਕਿੱਲ ਛਾਈਆਂ ਤੁਸੀਂ ਅੱਗੇ ਵੀ ਜ਼ਿਕਰ ਕਰ ਰਹੇ ਸੀਗੇ, ਪਰ ਜੇ ਹੋ ਜਾਣ ਤਾਂ ਫਿਰ ਕੀ ਖਾਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਜੋ ਚਿਹਰੇ ਦਾ ਨਿਖਾਰ ਕਹਿ ਲਈਏ ਉਹ ਆ ਸਕਦਾ? ਜਿਹੜੇ ਤੱਤ ਅੰਦਰੋਂ ਘਟ ਜਾਂਦੇ ਆ ਉਹ ਤੇ ਮਲਾਈਆਂ ਲਾਉਣ ਨਾਲ ਤੇ ਇਹੋ ਜਿਹੀਆਂ ਹੋਰ ਚੀਜ਼ਾਂ ਲਾਉਣ ਦੇ ਨਾਲ ਉਹ ਤਾਂ ਨਹੀਂ ਠੀਕ ਹੁੰਦੇ, ਉਹ ਤਾਂ ਸਿਰਫ ਦਵਾਈ ਖਾਣੀ ਪੈਂਦੀ ਹੈ। ਕਈ ਅਸੀਂ ਐਸੀਆਂ ਦਵਾਈਆਂ ਖਾ ਲੈਂਦੇ ਹਾਂ ਜਿਨ੍ਹਾਂ ਕਰਕੇ ਸਾਡੇ ਮਸਾਨੇ 'ਚ, ਜਿਗਰ 'ਚ, ਖੂਨ ਦੇ ਵਿੱਚ ਗਰਮੀ ਪੈ ਜਾਂਦੀ ਆ। ਉਹ ਸਾਰੀ ਚੀਜ਼ ਮੁੜ ਕੇ ਚਿਹਰੇ ਤੋਂ ਹੀ ਦਿਖਾਈ ਦਿੰਦੀ ਆ। ਕਿੱਲ ਵੀ ਨਿਕਲਦੇ, ਕਈਆਂ ਨੂੰ ਪਸ ਵਾਲੇ ਕਿੱਲ ਨਿਕਲਦੇ ਆ, ਕਈਆਂ ਨੂੰ ਬਰੀਕ ਨਿਕਲਦੇ ਆ, ਕਈਆਂ ਨੂੰ ਬਲੈਕ ਹੈਡ ਨਿਕਲਦੇ ਆ। ਖਾਣ ਪੀਣ ਦੇ ਵਿੱਚ ਤੇ ਹੋਇਆ ਦੁੱਧ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ, ਦਹੀਂ ਇਸਤੇਮਾਲ ਕਰਨਾ ਚਾਹੀਦਾ, ਮੱਖਣ ਇਸਤੇਮਾਲ ਕਰਨਾ ਚਾਹੀਦਾ, ਘਿਓ ਘੱਟ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਇਹਦੇ 'ਚ ਯੂਰੀਆ ਬਹੁਤ ਜ਼ਿਆਦਾ ਉਦੋਂ ਹੋ ਜਾਂਦਾ ਜਦੋਂ ਘਿਓ ਪਿਘਲ ਕੇ ਕਰਦੇ ਉਹ ਆਪਣਾ ਸਹੀ ਰੂਪ ਧਾਰ ਲੈਂਦਾ, ਉਹਦੇ ਨਾਲ ਕੋਲੇਸਟ੍ਰੋਲ ਬਣਨੇ ਸ਼ੁਰੂ ਹੋ ਜਾਂਦੇ ਆ। ਹੋਰ ਬੜੀ ਗੰਭੀਰ ਸਮੱਸਿਆ ਹੈਗੀ ਆ ਬਵਾਸੀਰ ਦੀ। ਅਸੀਂ ਮਿਰਚ ਮਸਾਲਾ ਜ਼ਿਆਦਾ ਖਾਂਦੇ ਹਾਂ, ਤਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਗਰਮ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਮੈਦਾ ਜੰਕ ਫੂਡ ਜ਼ਿਆਦਾ ਖਾਂਦੇ ਹਾਂ। ਇਹ ਸਾਨੂੰ ਜਿਹੜੇ ਇਹੋ ਜਿਹੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਆ। ਜਿਨ੍ਹਾਂ ਦੇ ਬਵਾਸੀਰ ਆ ਉਹਨਾਂ ਨੂੰ ਕਦੀ ਵੀ ਜਿਹੜੀ ਆ ਕਬਜ਼ ਨਹੀਂ ਹੋਣ ਦੇਣੀ ਚਾਹੀਦੀ। ਖਾਣਾ ਮਿਰਚ ਮਸਾਲਾ ਜਿਹੜਾ ਬਹੁਤ ਘੱਟ ਖਾਣਾ ਚਾਹੀਦਾ, ਨਮਕ ਵੀ ਘੱਟ ਖਾਣਾ ਚਾਹੀਦਾ, ਤਲੀਆਂ ਚੀਜ਼ਾਂ ਦਾ ਖਾਸ ਕਰਕੇ ਪਰਹੇਜ਼ ਰੱਖਣਾ ਚਾਹੀਦਾ। ਰਾਤ ਨੂੰ ਸੌਣ ਲੱਗਿਆ ਵੀ 1 ਗਲਾਸ ਪਾਣੀ ਪੀਓ ਤੇ ਸਵੇਰੇ ਵੀ ਜਿਹੜਾ ਵਾ ਉਹ ਉੱਠ ਕੇ 2 ਗਲਾਸ ਪਾਣੀ ਪੀਣਾ। 1 ਗਲਾਸ ਪਾਣੀ ਪੀ ਕੇ 5 ਮਿੰਟ ਬਾਅਦ ਫਿਰ ਪਾਣੀ ਪੀਣਾ, ਪਰ ਬੈਠ ਕੇ ਪੀਣਾ ਵਾ, ਖੜੇ ਹੋ ਕੇ ਪਾਣੀ ਨਹੀਂ ਪੀਣਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪਿਛਲੀ ਵਾਰੀ ਅਸੀਂ ਵੈਦ ਅਵਤਾਰ ਸਿੰਘ ਨਿਰਮਾਣ ਹੋਣਾ ਦੇ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਸਾਡੇ ਸਰੀਰ ਨਾਲ ਜੁੜੀਆਂ ਵੱਖ-ਵੱਖ ਕਈ ਬਿਮਾਰੀਆਂ ਦਾ ਇਲਾਜ ਵੀ ਦੱਸਿਆ ਸੀਗਾ, ਕੁਝ ਦੇਸੀ ਨੁਸਖੇ ਵੀ ਦੱਸੇ ਸੀਗੇ, ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਬੈਠੇ ਤਿਆਰ ਕਰਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਨੂੰ ਲਗਾਤਾਰ ਫੋਨ ਕਾਲਸ ਆ ਰਹੀਆਂ ਸੀਗੀਆਂ। ਇੱਕ
ਅਹਿਮ ਸਮੱਸਿਆ ਨੂੰ ਲੈ ਕੇ, ਉਹ ਸਮੱਸਿਆ ਹੈ ਚਮੜੀ ਦੇ ਰੋਗਾਂ ਦੀ। ਅੱਜ ਕੱਲ੍ਹ ਆਮ ਹੀ ਜਦੋਂ ਗਰਮੀਆਂ ਆਉਂਦੀਆਂ ਨੇ, ਬਰਸਾਤੀ ਮੌਸਮ ਹੁੰਦਾ ਹੈ, ਤਾਂ ਸਰੀਰਕ ਤੌਰ ਦੇ ਉੱਤੇ ਜੋ ਚਮੜੀ ਦੇ ਨਾਲ ਲੋਕਾਂ ਨੂੰ ਸਮੱਸਿਆ ਆ ਰਹੀ ਹੈ, ਖਾਜ ਹੁੰਦੀ ਹੈ ਔਰ ਚਿਹਰੇ ਦੇ ਉੱਤੇ ਕਿੱਲ ਛਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਚਮੜੀ ਦੇ ਰੋਗਾਂ ਦੇ ਲਈ ਇੱਕ ਐਪੀਸੋਡ ਫਿਰ ਸ਼ੂਟ ਕਰਨ ਦੇ ਲਈ ਲੋਕਾਂ ਦੇ ਵੱਲੋਂ ਲਗਾਤਾਰ ਅਪਰੋਚ ਕੀਤੀ ਸੀ, ਜਿਸ ਤੋਂ ਬਾਅਦ ਅਸੀਂ ਵੈਦ ਅਵਤਾਰ ਸਿੰਘ ਨਿਰਮਾਣ ਹੋਣਾ ਦੇ ਨਾਲ ਫਿਰ ਸੰਪਰਕ ਕੀਤਾ ਔਰ ਅੱਜ ਅਵਤਾਰ ਸਿੰਘ ਜੀ ਸਾਡੇ ਨਾਲ ਮੁੜ ਜੁੜੇ ਹੋਏ ਨੇ। ਤਾਂ ਗੱਲਬਾਤ ਕਰਦੇ ਹਾਂ। ਵੈਸਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਸੁਖਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇਹ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਵਾਸਤੇ ਤੁਸੀਂ ਦੁਬਾਰਾ ਮੌਕਾ ਦਿੱਤਾ। ਮੈਂ ਤੁਹਾਡਾ ਧੰਨਵਾਦੀ ਹਾਂ। ਅੱਛਾ ਵੈਦ ਜੀ, ਸਾਨੂੰ ਨਾ ਲਗਾਤਾਰ ਤੁਹਾਡਾ ਜਦੋਂ ਪਿਛਲੀ ਵਾਰ ਆਪਾਂ ਇੰਟਰਵਿਊ ਚਲਾਇਆ ਤਾਂ ਉਹਦੇ ਵਿੱਚ ਕਾਫੀ ਤੁਸੀਂ ਨੁਸਖੇ ਦੱਸੇ ਸੀਗੇ ਜਿਹੜੇ ਸਧਾਰਨ ਸੀਗੇ, ਘਰ ਦੇ ਵਿੱਚ ਬੈਠੇ ਆਪਾਂ ਤਿਆਰ ਕਰ ਸਕਦੇ ਸੀਗੇ। ਔਰ ਕਾਫੀ ਲੋਕਾਂ ਨੇ ਫਿਰ ਅੱਗੇ ਫੋਨ ਕਾਲਸ ਕੀਤੀਆਂ ਵੀ ਚਮੜੀ ਦੇ ਨਾਲ ਅੱਜ ਕੱਲ੍ਹ ਬਹੁਤ ਸਮੱਸਿਆ ਚੱਲ ਰਹੀ ਹੈ, ਇਹ ਮੌਸਮ ਦੇ ਕਰਕੇ ਹੈ ਜਾਂ ਇਹ ਕੋਈ ਸਰੀਰ ਦੇ ਵਿੱਚ ਅਜਿਹੀ ਕੋਈ ਕਮੀ ਆ ਗਈ ਹੈ ਜਿਹਦੇ ਨਾਲ ਚਮੜੀ ਦੇ ਰੋਗ ਵੱਧ ਰਹੇ ਨੇ। ਸਭ ਤੋਂ ਵੱਧ ਐਲਰਜੀ ਦੀ ਗੱਲ ਕੀਤੀ ਗਈ ਹੈ, ਕਹਿੰਦੇ ਧੱਫੜ ਹੋ ਜਾਂਦੇ ਨੇ, ਖਾਜ ਸ਼ੁਰੂ ਹੋ ਜਾਂਦੀ ਹੈ। ਸਾਡਾ ਖਾਣ ਪਾਣ ਵਿਗੜ ਗਿਆ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਨੁਕਸ ਆਉਂਦੇ ਆ। ਚਮੜੀ ਰੋਗ ਬਹੁਤ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਕਿ ਖਾਰਸ਼, ਚੰਬਲ, ਦੱਦਰ, ਲੂਤ, ਐਗਜ਼ੀਮਾ, ਸੋਰਾਇਸਿਸ, ਸਰੀਰ 'ਤੇ ਧੱਫੜ ਹੋਣੇ, ਸਰੀਰ 'ਤੇ ਦਾਣੇ ਹੋ ਜਾਣੇ, ਸਰੀਰ ਦੇ ਵਿੱਚ ਤਰੇੜਾਂ ਜਿਹੀਆਂ ਪੈ ਜਾਣੀਆਂ, ਸਰੀਰ 'ਤੇ ਕਾਲੇ ਨੀਲੇ ਦਾਗ ਪੈ ਜਾਣੇ, ਸਿਰ ਦੇ ਵਿੱਚ ਸਿਕਰੀ ਦਾ ਹੋ ਜਾਣਾ, ਅੱਖਾਂ ਦੇ ਥੱਲੇ ਕਾਲਾਪਨ ਆ ਜਾਣਾ, ਮੂੰਹ 'ਤੇ ਕਿੱਲ ਹੋ ਜਾਣੇ। ਇਸ ਤਰ੍ਹਾਂ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ, ਜਿਸ ਤਰ੍ਹਾਂ ਐਲਰਜੀ ਹੋ ਜਾਂਦੀ ਆ, ਸਰੀਰ ਲਾਲ ਹੋ ਜਾਂਦਾ, ਸਰੀਰ 'ਤੇ ਦਾਣੇ ਹੋ ਜਾਂਦੇ ਆ, ਮਨ ਘਬਰਾਉਣ ਡੈ ਪੈਂਦਾ, ਕਈਆਂ ਨੂੰ ਬਰੀਕ ਬਰੀਕ ਦਾਣੇ ਨਿਕਲ ਆਉਂਦੇ, ਕਈਆਂ ਨੂੰ ਮੋਟੇ ਮੋਟੇ ਧੱਫੜ ਨਿਕਲ ਕੇ ਜੋ ਆ ਉਹ ਘਬਰਾਹਟ ਹੋਣ ਡੈ ਪੈਂਦੀ ਆ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ, ਹੋਰ ਵੀ ਬਹੁਤ ਬਿਮਾਰੀਆਂ ਜਿਨ੍ਹਾਂ ਦਾ ਜ਼ਿਕਰ ਇੱਥੇ ਕਰ ਲੱਗਿਆ ਬਹੁਤ ਟਾਈਮ ਲੱਗ ਜੂਗਾ। ਹਰ ਬਿਮਾਰੀ ਦਾ ਵੱਖਰਾ ਵੱਖਰਾ ਆਪਣਾ ਪ੍ਰਭਾਵ ਹੈ। ਸਾਡੇ ਖਾਰਸ਼ ਦੀ ਤੇ ਧੱਫੜਾਂ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਸਮੱਸਿਆ ਹੈ, ਉਹ ਸਮੱਸਿਆ ਕਿਉਂ ਹੋ ਰਹੀ ਹੈ? ਫਿਰ ਉਹਦਾ ਇਲਾਜ ਕੀ ਹੈ? ਕੀ ਵਾਕਿਆ ਅਗਲੇ ਸਮੇਂ ਦੇ ਵਿੱਚ ਗੰਭੀਰ ਹੋ ਸਕਦੀ ਹੈ ਜੇ ਇਲਾਜ ਨਾ ਕੀਤਾ ਜਾਵੇ? ਦੇਖੋ ਜੀ, ਪਹਿਲੀ ਤਾਂ ਗੱਲ ਜਿਹੜੀ ਐਲਰਜੀ ਆ, ਬਹੁਤੇ ਲੋਕਾਂ ਨੂੰ ਤੇ ਜਿਹੜੀਆਂ ਐਸੀਆਂ ਕਈ ਦਵਾਈਆਂ ਖਾ ਲੈਂਦੇ ਜਿਨ੍ਹਾਂ ਤੋਂ ਉਹਨਾਂ ਨੂੰ ਰਿਐਕਸ਼ਨ ਹੋ ਜਾਂਦਾ ਜਾਂ ਉਹਨਾਂ ਦੇ ਸਾਈਡ ਇਫੈਕਟ ਆ। ਬਾਕੀ ਜਿਹੜਾ ਗਰਮੀ ਜਿਹੜੀ ਸਰੀਰ ਦੇ ਵਿੱਚ ਹਰ ਇੱਕ ਦੇ ਅੱਜ ਕੱਲ੍ਹ ਵਧੀ ਆ, ਜਦ ਕਿ ਵਾਤ ਪਿੱਤ ਕਫ ਦਾ ਬਰਾਬਰ ਹੋਣਾ ਬਹੁਤ ਜ਼ਰੂਰੀ ਆ। ਯੂਰੀਆ ਖਾਦ, ਹੋਰ ਖਾਦਾਂ ਜਿਹੜੀਆਂ ਸਬਜ਼ੀਆਂ ਨੂੰ ਪੈਸਟੀਸਾਈਡ ਪੈਂਦੀਆਂ, ਦਵਾਈਆਂ ਪੈਂਦੀਆਂ ਜ਼ਹਿਰੀਲੀਆਂ, ਉਹਨਾਂ ਦੇ ਅਸਰ ਸਾਡੇ ਸਰੀਰ ਵਿੱਚ ਜਾਂਦੇ ਆ ਔਰ ਸਾਡੇ ਖੂਨ ਵਿੱਚ, ਸਾਡੀ ਚਮੜੀ ਵਿੱਚ ਐਸੇ ਨੁਕਸ ਪੈ ਜਾਂਦੇ ਆ ਜਿਨ੍ਹਾਂ ਕਰਕੇ ਸਾਡੇ ਧੱਫੜ ਨਿਕਲਦੇ ਆ, ਖਾਰਸ਼ ਹੁੰਦੀ ਆ ਜਾਂ ਐਲਰਜੀ ਹੋ ਜਾਂਦੀ ਆ। ਚਮੜੀ ਰੋਗ ਹੋਰ ਬੜੇ ਤਰ੍ਹਾਂ ਦੇ ਸਾਡੇ ਸਰੀਰ 'ਚ ਪੈਦਾ ਹੋ ਜਾਂਦੇ, ਜਿਸ ਤਰ੍ਹਾਂ ਕਿ ਐਗਜ਼ੀਮਾ ਹੋ ਜਾਂਦਾ, ਦਦਰੀ ਹੋ ਜਾਂਦੀ ਆ, ਚੰਬੜ ਹੋ ਜਾਂਦੀ। ਲੋਕੀ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਿਰਫ ਕਹਿੰਦੇ ਸਾਡੇ ਨਾਲ ਖਾਰਸ਼ ਹੁੰਦੀ ਜਾਂ ਦਦਰੀਆਂ ਹੁੰਦੀਆਂ। ਐਗਜ਼ੀਮਾ, ਸੋਰਾਇਸਿਸ, ਹਾਰਪੀਜ਼, ਇਹਨਾਂ ਦੇ ਵਿੱਚ ਬਹੁਤ ਫਰਕ ਆ। ਖਾਰਸ਼ ਆਮ ਦਾਣੇ ਹੁੰਦੇ ਆ, ਸੁੱਕੀ ਖਾਰਸ਼ ਵੀ ਹੁੰਦੀ ਆ। ਦਦਰੀਆਂ ਕਈਆਂ ਨੂੰ ਗੋਲ ਹੁੰਦੀਆਂ, ਕਈਆਂ ਨੂੰ ਹੋਰ ਵੱਡੇ ਆਕਾਰ ਦੀਆਂ ਹੋ ਜਾਂਦੀਆਂ, ਜਿਹੜੀਆਂ ਕਿ ਬੜੀਆਂ ਦੁਖਦਾਈ ਹੁੰਦੀਆਂ। ਉਸ ਤੋਂ ਬਾਅਦ ਕਈਆਂ ਨੂੰ ਐਗਜ਼ੀਮਾ ਹੋ ਜਾਂਦਾ। ਐਗਜ਼ੀਮਾ ਇੱਕ ਐਸੀ ਬਿਮਾਰੀ ਆ ਜਿਹੜੀ ਸਾਡੀ ਚਮੜੀ ਆ, ਇਹਦੀਆਂ 7 ਤਹਿਵਾਂ ਆ। ਇਹ 7ਵੀਂ ਤਹਿ ਤੱਕ ਥੱਲੇ ਚੱਲ ਜਾਂਦੀ ਆ। ਲੋਕ ਬਜ਼ਾਰੀ ਟਿਊਬਾਂ ਲਾ ਕੇ ਜਾਂ ਹੋਰ ਦਵਾਈਆਂ ਵਰਤ ਕੇ ਹਾਰ ਜਾਂਦੇ ਆ। ਉੱਤੋਂ ਥੋੜ੍ਹਾ ਆਰਾਮ ਆਉਂਦਾ, ਫਿਰ ਮੌਸਮ ਆਉਂਦਾ, ਫਿਰ ਫੁੱਟ ਪੈਂਦੀ ਆ ਔਰ ਖਾਰਸ਼ ਇੰਨੀ ਹੁੰਦੀ ਆ ਕਿ ਬਰਦਾਸ਼ਤ ਨਹੀਂ ਹੁੰਦੀ। ਸੋਰਾਇਸਿਸ ਹੁੰਦਾ, ਵਗਣ ਡੈ ਪੈਂਦਾ ਔਰ ਉਹ ਆਪਣਾ ਰੂਪ ਜਿਹੜਾ ਨਾ ਐਗਜ਼ੀਮੇ ਦਾ ਰੂਪ ਧਾਰ ਲੈਂਦਾ ਔਰ ਇਹਦਾ ਵੀ ਇਹ ਵੀ 7ਵੀਂ ਤਹਿ ਤੱਕ ਥੱਲੇ ਤੱਕ ਚੱਲ ਜਾਂਦਾ। ਹਰ ਡਾਕਟਰ ਕੋ ਜਾਂ ਹਰ ਵੈਦ ਕੋ ਇਹਦਾ ਇਲਾਜ ਨਹੀਂ ਹੈਗਾ, ਕਿਤੇ ਕਿਤੇ ਇਹਦਾ ਇਲਾਜ ਹੈ। ਹਾਰਪੀਜ਼ ਹੋ ਜਾਂਦੀ ਆ, ਸਰੀਰ 'ਤੇ ਜਨੇਊ ਨਿਕਲਣਾ, ਛਾਲੇ ਹੋ ਜਾਣੇ ਜਾਂ ਉਹਨੂੰ ਨਾਗਨੀ ਵੀ ਕਹਿ ਦਿੰਦੇ ਆ। ਉਹ ਵੀ ਬਹੁਤ ਦੁਖਦਾਈ ਹੁੰਦੀ ਆ। ਸਰੀਰ 'ਚ ਗਰਮੀ ਦਾ ਮਾਦਾ, ਤੇਜ਼ਾਬ ਦਾ ਮਾਦਾ ਜਿਹੜਾ ਉਹ ਬਹੁਤ ਵੱਧ ਜਾਂਦਾ, ਜਿਹਦੇ ਕਰਕੇ ਇਹ ਸਰੀਰ ਦੇ ਸਾੜ ਅੰਦਰੋਂ ਸਾਡੇ ਬਾਹਰ ਨਿਕਲਦੇ ਆ। ਜਿਹੜਾ ਸਾਡੇ ਐਗਜ਼ੀਮਾ ਹੁੰਦਾ, ਇਹ
ਖਾਸ ਕਰਕੇ ਕਈਆਂ ਦੇ ਬਹੁਤੇ ਪੈਰਾਂ ਤੇ ਜਾਂ ਲੱਤਾਂ ਤੇ ਹੁੰਦਾ ਜਾਂ ਹੱਥਾਂ ਤੇ ਹੁੰਦਾ। ਜਿਸ ਤਰ੍ਹਾਂ ਜਿਹੜੇ ਮਿਸਤਰੀ ਕੰਮ ਕਰਦੇ ਆ, ਇੱਟਾਂ ਨੂੰ ਫੰਗਸ ਲੱਗੀ ਹੁੰਦੀ ਆ, ਜਨਾਨੀਆਂ ਘਰ ਕੋਈ ਕੰਮ ਕਰਨ ਲੱਗਦੀਆਂ, ਪੋਣਾ ਜਾਂ ਹੋਰ ਕਿਸੇ ਕੱਪੜੇ ਨੂੰ ਫੰਗਸ ਲੱਗ ਜਾਂਦੀ ਆ, ਉਹ ਜੇ ਹੱਥ ਨੂੰ ਲੱਗ ਜਾਏ, ਜੁੱਤੀ ਪਾਉਣ ਲੱਗੇ ਜ਼ਿਆਦਾ ਦਿਨਾਂ ਦੀ ਪਈ ਜੁੱਤੀ ਨੂੰ ਫੰਗਸ ਲੱਗ ਜਾਏ, ਉਹ ਪੈਰ ਤੇ ਥੋੜ੍ਹਾ ਚਿਰ ਲੱਗੀ ਰਹਿ ਜਾਏ ਤਾਂ ਉਹ ਚਮੜੀ ਦੀ ਥੱਲੜੀ ਤਹਿ ਤੱਕ ਚੱਲ ਜਾਂਦੀ ਆ, ਮੁੜ ਕੇ ਉਹ ਛੇਤੀ ਆਰਾਮ ਨਹੀਂ ਆਉਂਦਾ। ਲੋਕੀ 10-10 20-20 ਸਾਲ ਤੋਂ ਇਸ ਬਿਮਾਰੀ ਨਾਲ ਘੁਲ ਲਏ ਆ ਤੇ ਉਹਦਾ ਆਰਾਮ ਨਹੀਂ ਆਉਂਦਾ। ਉਹਦਾ ਸਹੀ ਤਰ੍ਹਾਂ ਦੇ ਨਾਲ ਜਿਹੜਾ ਟ੍ਰੀਟਮੈਂਟ ਕਰਨ ਦੀ ਲੋੜ ਆ, ਦਵਾਈ ਜਿਹੜੀ ਆ ਥੱਲੜੀ ਚਮੜੀ ਤੱਕ ਕੰਮ ਕਰੇ। ਅਸੀਂ ਇਕੱਲੀ ਆ ਟਿਊਬਾਂ ਇਸਤੇਮਾਲ ਕਰੀ ਜਾਂਦੇ ਆ, ਜਿਸ ਤਰ੍ਹਾਂ ਹੀ ਬਾਹਰੋਂ ਟਿਊਬਾਂ ਲਾ ਕੇ ਉਹਨੂੰ ਬੰਦ ਕਰ ਦਿੰਦੇ ਆ, ਉਹਦਾ ਜਿਹੜਾ ਮਿਆਜ਼ਮਾ ਗੰਦਾ ਉਹ ਅੰਦਰ ਪੈ ਕੇ ਸਾਨੂੰ ਬਲਗਮੀ ਰੋਗ ਪੈਦਾ ਕਰ ਦਿੰਦਾ। ਹੋਰ ਵੀ ਹੋ ਜਾਂਦਾ, ਹੋਰ ਖਤਰਨਾਕ ਹੋ ਜਾਂਦਾ। ਹਾਂਜੀ, ਕਿਤੇ ਨਾ ਕਿਤੇ ਤੂੰ ਮਿਆਜ਼ਮੇ ਨੇ ਪੈਣਾ, ਉਹ ਸਾਡੇ ਅੰਦਰ ਅੱਖਾਂ ਤੇ ਜਾਂ ਬਲਗਮ ਰੇਸ਼ਾ ਬਣਾ ਦਿੰਦਾ। ਹੋਰ ਵੀ ਕਈ ਤਰ੍ਹਾਂ ਦੇ ਉਹ ਜਿਹੜੇ ਨੁਕਸੇ ਪਾ ਦਿੰਦਾ। ਇਸ ਕਰਕੇ ਜਿੱਥੋਂ ਵੀ ਚਮੜੀ ਰੋਗ ਦਾ ਇਲਾਜ ਕਰਾਓ, ਦਵਾਈ ਖਾਣੀ ਬਹੁਤ ਜ਼ਰੂਰੀ ਆ। ਜਿਹੜੀ ਖਾਜ ਦੀ ਬਹੁਤ ਜ਼ਿਆਦਾ ਸਮੱਸਿਆ ਅੱਜ ਕੱਲ੍ਹ, ਆਪਾਂ ਹਰ ਮੈਨੂੰ ਲੱਗਦਾ ਵੀ 5ਵੇਂ-6ਵੇਂ ਬੰਦੇ ਨੇ ਹੋ ਗਈ, ਉਹ ਬੰਦਾ 2-2 3-3 ਟਾਈਮ ਨਹਾ ਵੀ ਰਿਹਾ ਵੈ, ਕੱਪੜੇ ਵੀ ਸਾਫ਼ ਸੁਥਰੇ ਪਾ ਰਿਹਾ, ਫਿਰ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਸਰੀਰ ਦੇ ਉੱਤੇ ਖਾਜ ਹੋਣੀ ਝੱਟ ਸ਼ੁਰੂ ਹੋ ਜਾਂਦੀ ਹੈ। ਉਹ ਕੀ ਸਾਡੇ ਖੂਨ ਦੇ ਵਿੱਚ ਨੁਕਸ ਹੈ ਜਾਂ ਖਾਣ ਪਾਣ ਦੇ ਕਾਰਨ ਹੋ ਰਹੀ ਹੈ? ਕੀ ਉਹਦਾ ਮੁੱਢਲਾ ਕਾਰਨ ਕੀ ਮੰਨਦੇ ਹੋ? ਇਹਦੇ 'ਚ ਖਾਣ ਪਾਣ ਦਾ ਵੀ ਨੁਕਸ ਆ, ਔਰ ਬਜ਼ਾਰੀ ਭਾਂਤ ਦੇ ਸਾਬਣ ਆ, ਜਿਨ੍ਹਾਂ ਕਰਕੇ ਕਈ ਐਸੀਆਂ ਬਿਮਾਰੀਆਂ ਸਾਡੇ ਸਰੀਰ 'ਚ ਆ ਜਾਂਦੀਆਂ। ਅਸੀਂ ਪਿਛਲੇ ਲੋਕ ਜਿਹੜੇ ਸੀ ਉਹ ਮਾਲਿਸ਼ ਕਰਕੇ ਫਿਰ ਨਹਾਉਂਦੇ ਹੁੰਦੇ, ਤੇਲ ਲਾਉਂਦੇ ਸੀ ਸਰੀਰ ਨੂੰ, ਦਹੀਂ ਲਾਉਂਦੇ ਸੀ ਤੇਲ 'ਚ ਪਾ ਕੇ, ਪਰ ਅੱਜ ਕੱਲ੍ਹ ਕੋਈ ਲਾ ਕੇ ਰਾਜੀ ਨਹੀਂ। ਸਾਨੂੰ ਕੀ ਕਰਨਾ ਚਾਹੀਦਾ ਇਹਦੇ ਵਾਸਤੇ? ਜਦੋਂ ਅਸੀਂ ਨਹਾਉਂਦੇ ਆ, ਹੱਥਾਂ 'ਤੇ ਸਾਬਣ ਲਾ ਲਓ, ਸਾਬਣ ਲਾ ਕੇ ਉਹਦੇ ਵਿੱਚ ਹੀ ਸਰੋਂ ਦਾ ਵਧੀਆ ਅਸਲੀ ਤੇਲ ਹੋਏ ਉਹ ਪਾ ਕੇ ਸਾਰੇ ਸਰੀਰ 'ਤੇ ਮਲੋ, ਚੰਗੀ ਤਰ੍ਹਾਂ ਮਲਣਾ ਤੇ ਫਿਰ ਨਹਾ ਲਓ। ਤੁਹਾਡੇ ਸਰੀਰ ਦੇ ਜਿਹੜੇ ਆ ਉਹ 40% ਜਿਹੜੇ ਰੋਗ ਆ ਚਮੜੀ ਦੇ ਉਹ ਨਿਕਲ ਜਾਣਗੇ, ਖਾਰਿਸ਼ ਦੇ। ਪਰ ਕੋਈ ਕਰਦਾ ਨਹੀਂ। ਇਹ ਬਹੁਤ ਵੱਡਾ ਨੁਕਸਾ ਆ, ਕਿਉਂਕਿ ਸਾਡੇ ਸਰੀਰ 'ਚ ਖੁਸ਼ਕੀ ਪੈਦਾ ਹੋ ਜਾਂਦੀ ਆ ਭਾਂਤ ਦੇ ਸਾਬਣਾਂ ਦੇ ਨਾਲ। ਔਰ ਕਈ ਤਰ੍ਹਾਂ ਦੇ ਜਿਹੜੇ ਸਾਬਣ ਆ ਉਹਨਾਂ ਦੇ ਆਪਣੇ ਤੱਤ ਮਾਰੇ ਹੁੰਦੇ ਆ, ਜਿਹੜੇ ਕਿ ਸਾਡੇ ਸਰੀਰ 'ਤੇ ਖੁਸ਼ਕੀ ਦੇ ਨਾਲ ਹੋਰ ਕਈ ਬਿਮਾਰੀਆਂ ਔਰ ਐਲਰਜੀ ਪੈਦਾ ਕਰਦੇ। ਇੱਕ ਤੁਸੀਂ ਵਿਧੀ ਆ ਦੱਸ ਦਿੱਤੀ ਵੀ ਸਾਬਣ ਹੱਥਾਂ ਨੂੰ ਲਾ ਲਓ ਤੇ ਵਿੱਚ ਸਰੋਂ ਦਾ ਤੇਲ ਹੱਥਾਂ ਨੂੰ ਲਾ ਕੇ ਤੇ ਸਰੀਰ ਦੇ ਉੱਤੇ ਮਲ ਲਓ। ਇਹ ਤੋਂ ਇਲਾਵਾ ਹੋਰ ਵੀ ਨੈਚੁਰਲ ਥੈਰੇਪੀਆਂ ਹੈਗੀਆਂ ਨੇ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਘਰ ਦੇ ਵਿੱਚ ਬੈਠਾ ਬੰਦਾ, ਸਰੋਂ ਦਾ ਤੇਲ ਤਾਂ ਆਮ ਘਰ ਦੇ ਵਿੱਚੋਂ ਮਿਲ ਜਾਂਦਾ ਹੈ, ਹੋਰ ਦੁੱਧ ਦਹੀਂ ਮੱਖਣ ਸਭ ਕੁਝ ਮਿਲਦਾ ਹੈ। ਆਪਾਂ ਕਈ ਵਾਰ ਸਾਡੀਆਂ ਭੈਣਾਂ ਚਿਹਰੇ ਦੇ ਉੱਤੇ ਵੀ ਮਲਾਈ ਵੀ ਲਾਉਂਦੀਆਂ ਨੇ ਜਾਂ ਹੋਰ ਵੀ ਇਸ ਤਰੀਕੇ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਨੇ। ਤਾਂ ਨਹਾਉਣ ਦੇ ਲਈ ਸਹੀ ਤਰੀਕਾ ਕੀ ਹੋਣਾ ਚਾਹੀਦਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਦੀ ਜਕੜ 'ਚ ਹੀ ਨਾ ਆਈਏ? ਦੇਖੋ, ਜਿਹੜੇ ਤੱਤ ਅੰਦਰੋਂ ਘਟ ਜਾਂਦੇ ਆ ਉਹ ਤੇ ਮਲਾਈਆਂ ਲਾਉਣ ਨਾਲ ਤੇ ਇਹੋ ਜਿਹੀਆਂ ਹੋਰ ਚੀਜ਼ਾਂ ਲਾਉਣ ਦੇ ਨਾਲ ਉਹ ਤਾਂ ਨਹੀਂ ਠੀਕ ਹੁੰਦੇ। ਉਹ ਤਾਂ ਸਿਰਫ ਦਵਾਈ ਖਾਣੀ ਹੀ ਪੈਂਦੀ ਆ। ਜਿਨ੍ਹਾਂ ਭੈਣਾਂ ਦੇ ਅੱਖਾਂ ਥੱਲੇ ਕਾਲੇ ਦਾਗ ਪੈ ਜਾਂਦੇ ਆ, ਉਹ ਇਧਰੋਂ ਪੈਣੇ ਸ਼ੁਰੂ ਹੁੰਦੇ ਆ ਤੇ ਇਧਰੋਂ ਪੈਣੇ ਖਤਮ ਹੁੰਦੇ ਜੇ ਦਵਾਈ ਸਹੀ ਹੋਏ। ਤੇ ਮੂੰਹ 'ਤੇ ਛਾਈਆਂ ਪੈ ਜਾਂਦੀਆਂ ਵਾ, ਉਹ ਟਿਊਬਾਂ ਲਾਉਂਦੀਆਂ ਉਦੋਂ ਫਿੱਕੀਆਂ ਹੋ ਜਾਂਦੀਆਂ, ਪਰ ਮੁੜ ਕੇ ਫਿਰ ਉਸੇ ਤਰ੍ਹਾਂ ਗਾੜੀਆਂ ਹੋ ਜਾਂਦੀਆਂ, ਹਟਦੀਆਂ ਨਹੀਂ। ਕਈ ਸਾਲ ਉਹ ਟਿਊਬਾਂ ਲਾਉਂਦੀਆਂ ਰਹਿੰਦੀਆਂ। ਪਰ ਇਹ ਅੰਦਰੋਂ ਪਈਆਂ, ਅੰਦਰੋਂ ਦਵਾਈ ਖਾਣ ਦੇ ਨਾਲ ਅੰਦਰੋਂ ਪਈਆਂ ਤੇ ਅੰਦਰੋਂ ਦਵਾਈ ਖਾਣ ਨਾਲ ਹੀ ਹਟਣੀਆਂ ਚਾਹੀਦੀਆਂ। ਫਿਰ ਮੁੜ ਕੇ ਛਾਈਆਂ ਨਹੀਂ ਹੁੰਦੀਆਂ। ਖੂਨ 'ਚ ਨੁਕਸ ਪੈ ਜਾਂਦਾ, ਚਮੜੀ 'ਚ ਨੁਕਸ ਪੈ ਜਾਂਦਾ, ਖਾਣ ਪਾਣ ਦਾ ਨੁਕਸ ਪੈ ਜਾਂਦਾ, ਜਿਗਰ 'ਚ ਗਰਮੀ ਪੈ ਜਾਂਦੀ ਆ, ਮਸਾਨੇ 'ਚ ਗਰਮੀ ਪੈ ਜਾਂਦੀ ਆ, ਸਰੀਰ ਦੇ ਕਈ ਐਸੇ ਤੱਤ ਘਟ ਜਾਂਦੇ ਆ ਜਿਹੜੇ ਕਿ ਦਵਾਈਆਂ ਨਾਲ ਹੀ ਪੂਰੇ ਹੁੰਦੇ ਆ। ਨਹਾਉਣ ਵੇਲੇ ਆਪਾਂ ਦੇਖਦੇ ਹਾਂ ਕਈ ਵਾਰ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਉਦੋਂ ਬੜਾ ਦਹੀਂ ਮਲਦੇ ਆ, ਬਟਨਾ ਮਲਦੇ ਆ। ਇਹ ਕਿਤੇ ਨਾ ਕਿਤੇ ਤਾਂ ਜੇ ਕਿਸੇ ਨੇ ਸ਼ੁਰੂਆਤ ਕੀਤੀ ਸੀ ਕਿ ਨਾ ਕੋਈ ਇਹਦਾ ਸਾਇੰਟੀਫਿਕ ਰੀਜ਼ਨ ਹੁੰਦਾ ਹੋਊਗਾ, ਕੋਈ ਨਾ ਕੋਈ ਇਹਦੇ ਪਿੱਛੇ ਆਯੁਰਵੈਦ ਦੇ ਨਾਲ ਜੁੜਿਆ ਹੁੰਦਾ ਹੋਊਗਾ, ਤਾਂ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਵੀ ਨਹਾਉਣ ਦੇ ਤਰੀਕੇ 'ਚ ਕਿਵੇਂ ਜੇ ਇਸਤੇਮਾਲ ਕਰਨਾ ਚਾਹੀਦਾ। ਬਿਲਕੁਲ ਜੀ। ਪਿਛਲੇ ਲੋਕ ਜਿਹੜੇ ਨਾ ਉਹ ਕਈ ਦਿਨ ਨਹਾਉਂਦੇ ਨਹੀਂ ਹੁੰਦੇ ਤੇ ਉਹਨਾਂ ਕੰਮ ਕਰਦੇ ਰਹਿਣਾ, ਪੈਲੀਆਂ 'ਚ ਕੰਮ ਨੂੰ ਬਹੁਤ ਤਰਜੀਹ ਦਿੰਦੇ ਸੀ। ਤੇ ਜਦੋਂ ਕਿਤੇ ਉਸ ਉਮਰ 'ਚ ਬੱਚੇ ਦੇ ਵਿਆਹ ਦੇ ਆਉਂਦੇ ਸੀ ਨਾ, ਤੇ ਉਹਨੂੰ ਹਲਦੀ ਦਾ ਵਟਣਾ ਮਲਦੇ ਸੀ ਸਰੋਂ ਦਾ ਤੇਲ ਪਾ ਕੇ, ਜਾਂ ਦਹੀਂ ਤੇ ਸਰੋਂ ਦਾ ਤੇਲ ਮਿਲਾ ਕੇ ਉਹਦੇ ਸਰੀਰ 'ਤੇ ਮਲਣਾ, ਤੇ ਉਹਦਾ ਰੰਗ ਨਿਖਰ ਆਉਂਦਾ ਸੀ। ਜਿਹੜੇ ਉਹਦੇ ਸਰੀਰ 'ਤੇ ਮੈਲ ਜੰਮੀ ਸੀ ਉਹ ਲੱਥ ਜਾਂਦੀ ਸੀ ਤੇ ਉਹਦੇ ਮਸਾਮ ਖਾਲੀ ਹੋ ਜਾਂਦੇ ਸੀ, ਸਰੀਰ ਦੇ ਵਿੱਚ ਚਮਕ ਆ ਜਾਂਦੀ ਸੀ। ਤੇ ਉਹ ਇਸ ਕਰਕੇ ਇਹ ਇਸਤੇਮਾਲ ਕਰਦੇ। ਹੁਣ ਵੀ ਤੁਸੀਂ ਦਹੀਂ ਦੇ ਵਿੱਚ ਤੇਲ ਪਾ ਕੇ, ਹਲਦੀ ਪਾ ਕੇ ਤੁਸੀਂ ਮਲੋ ਤੇ ਤੁਹਾਡਾ ਸਰੀਰ ਦੀ ਚਮੜੀ ਜਿਹੜੀ ਆ ਨਰਮ ਹੋ ਜਾਏਗੀ, ਸੌਫਟ ਹੋ ਜਾਏਗੀ, ਚਮਕ ਵਾਲੀ ਹੋ ਜਾਏਗੀ, ਔਰ ਕਈ ਬਿਮਾਰੀਆਂ ਕੱਟੀਆਂ ਜਾਣਗੀਆਂ। ਅੱਛਾ, ਕਿੱਲ ਛਾਈਆਂ ਤੁਸੀਂ ਅੱਗੇ ਵੀ ਜ਼ਿਕਰ ਕਰ ਰਹੇ ਸੀਗੇ, ਉਸ
ਪਿੱਛੇ ਬੈਕਗ੍ਰਾਉਂਡ ਫੇਰ ਆ ਕੇ ਉਹਦੇ ਨਾਲ ਜੁੜ ਜਾਂਦੀ ਤਲੀਆਂ ਚੀਜ਼ਾਂ ਜਾਂ ਜਿਸ ਤਰੀਕੇ ਦਾ ਅੱਜ ਸਾਡਾ ਖਾਣ ਪਾਣ ਹੋਇਆ। ਪਰ ਜੇ ਹੋ ਜਾਣ ਤਾਂ ਫਿਰ ਕੀ ਖਾਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਜੋ ਚਿਹਰੇ ਦਾ ਨਿਖਾਰ ਕਹਿ ਲਈਏ ਉਹ ਆ ਸਕਦਾ? ਕਿੱਲ ਜਿਹੜੇ ਹੋ ਜਾਂਦੇ ਆ ਨਾ, ਉਹ ਖਾਣ ਪਾਣ 'ਤੇ ਬਹੁਤ ਜ਼ਿਆਦਾ ਮੁਨੱਸਰ ਆ। ਕਈ ਅਸੀਂ ਐਸੀਆਂ ਦਵਾਈਆਂ ਖਾ ਲੈਂਦੇ ਆ ਜਿਨ੍ਹਾਂ ਕਰਕੇ ਸਾਡੇ ਮਸਾਨੇ 'ਚ, ਜਿਗਰ 'ਚ, ਖੂਨ ਦੇ ਵਿੱਚ ਗਰਮੀ ਪੈ ਜਾਂਦੀ ਆ। ਉਹ ਸਾਰੀ ਚੀਜ਼ ਮੁੜ ਕੇ ਚਿਹਰੇ ਤੋਂ ਹੀ ਦਿਖਾਈ ਦਿੰਦੀ ਆ। ਕਿੱਲ ਵੀ ਨਿਕਲਦੇ ਮੋਟੇ, ਕਈਆਂ ਨੂੰ ਪਸ ਵਾਲੇ ਕਿੱਲ ਨਿਕਲਦੇ ਆ, ਕਈਆਂ ਨੂੰ ਬਰੀਕ ਨਿਕਲਦੇ ਆ, ਕਈਆਂ ਨੂੰ ਬਲੈਕ ਹੈਡ ਨਿਕਲਦੇ ਆ। ਬਹੁਤ ਤਰ੍ਹਾਂ ਦੀ ਜਿਹੜੀਆਂ ਨਾ ਚਿਹਰੇ 'ਤੇ ਬਿਮਾਰੀਆਂ ਆ ਜਾਂਦੀਆਂ। ਜਿਗਰ ਦੇ ਵਿੱਚ ਗਰਮੀ ਜਿਹੜੀ ਆ ਉਹਨਾਂ ਛਾਈਆਂ ਪੈ ਜਾਂਦੀਆਂ। ਮਸਾਨੇ ਦੇ ਵਿੱਚ ਗਰਮੀ ਆਉਣ ਦੇ ਨਾਲ ਚਿਹਰੇ ਦੀ ਚਮਕ ਖਤਮ ਹੋ ਜਾਂਦੀ ਆ। ਜਿਹੜਾ ਸਰੀਰ ਦਾ ਕੀਮਤੀ ਰਤਨ ਸੀਮਨ ਆ, ਉਹ ਵੀ ਪਤਲਾ ਹੋ ਕੇ ਸਰੀਰ ਦੀ ਕਮਜ਼ੋਰੀ ਲਿਆ ਦਿੰਦਾ, ਅਤੇ ਉਹ ਸਾਰਾ ਕੁਝ ਜਿਹੜਾ ਚਿਹਰੇ ਤੋਂ ਦਿਖਣ ਡਿਆ ਪੈਂਦਾ, ਰੂਪ ਰੰਗ ਜਿਹੜਾ ਉਹ ਖਰਾਬ ਹੋ ਜਾਂਦਾ। ਖਾਣ ਕੀ ਫਿਰ ਕੀ ਖਾਣ ਕੀ ਕਿਸ ਚੀਜ਼ ਦੇਖੋ, ਉਹਨਾਂ ਨੂੰ ਖਾਣ ਪੀਣ ਦੇ ਵਿੱਚ ਤੇ ਇਹ ਦੁੱਧ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ, ਦਹੀਂ ਇਸਤੇਮਾਲ ਕਰਨਾ ਚਾਹੀਦਾ, ਮੱਖਣ ਇਸਤੇਮਾਲ ਕਰਨਾ ਚਾਹੀਦਾ, ਘਿਓ ਘੱਟ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਇਹਦੇ 'ਚ ਯੂਰੀਆ ਬਹੁਤ ਜ਼ਿਆਦਾ ਉਦੋਂ ਹੋ ਜਾਂਦਾ ਜਦੋਂ ਘਿਓ ਪਿਘਲ ਕੇ ਕਰਦੇ ਉਹ ਆਪਣਾ ਸਹੀ ਰੂਪ ਧਾਰ ਲੈਂਦਾ। ਉਹਦੇ ਨਾਲ ਕੋਲੇਸਟ੍ਰੋਲ ਬਣਨੇ ਸ਼ੁਰੂ ਹੋ ਜਾਂਦੇ ਆ, ਔਰ ਸਰੀਰ 'ਚ ਗਰਮੀ ਵੀ ਪੈਦਾ ਕਰਦਾ। ਜੇ ਘਿਓ ਖਾਣਾ ਹੋਏ ਉਹਨੂੰ ਲਾਲ ਕਰਕੇ ਸਾੜ ਕੇ ਫਿਰ ਖਾਣਾ ਚਾਹੀਦਾ। ਉਹ ਬੀਪੀ ਵੀ ਨਹੀਂ ਵਧਾਉਂਦਾ, ਗਰਮੀ ਵੀ ਨਹੀਂ ਕਰਦਾ, ਅਤੇ ਤਾਕਤ ਦਿੰਦਾ ਪੂਰੀ। ਅੱਛਾ, ਇਹਦੇ ਨਾਲ ਹੀ ਇੱਕ ਹੋਰ ਬੜੀ ਗੰਭੀਰ ਸਮੱਸਿਆ, ਚਾਹੇ ਮਰਦਾਂ ਦੇ ਵਿੱਚ ਕਹਿ ਲਈਏ ਚਾਹੇ ਮਹਿਲਾਵਾਂ ਦੇ ਵਿੱਚ ਕਹਿ ਲਈਏ, ਵਾਲਾਂ ਦੇ ਝੜਨ ਦੀ ਸਮੱਸਿਆ। ਅੱਜ ਕੱਲ੍ਹ ਆਮ ਕਹਿੰਦੇ ਨੇ ਵੀ ਯਾਰ ਪਾਣੀ ਖਰਾਬ ਹੋ ਗਿਆ, ਵਾਲ ਝੜਨੇ ਸ਼ੁਰੂ ਹੋ ਗਏ, ਜਾਂ ਕਹਿੰਦੇ ਵੀ ਬੰਦਾ ਸਟ੍ਰੈਸ ਬਹੁਤ ਲੈ ਰਿਹਾ ਤਾਂ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ। ਇਹਦਾ ਕੀ ਕਾਰਨ ਹੈ ਅਸਲ ਦੇ ਵਿੱਚ? ਦੇਖੋ, ਪਹਿਲੀ ਤਾਂ ਗੱਲ ਆ ਵੀ ਸਾਡੀਆਂ ਸਭ ਨੂੰ ਅੱਗੇ ਵੀ ਮੈਂ ਤੁਹਾਨੂੰ ਦੱਸਿਆ, ਖੁਰਾਕ ਜਿਹੜੀ ਆ ਉਹ ਬਹੁਤ ਡਿਪੈਂਡ ਕਰਦੀ ਆ। ਜੇ ਸਾਡੀ ਖੁਰਾਕ ਸਹੀ ਨਹੀਂ ਹੈਗੀ, ਸਾਰੇ ਤੱਤ ਸਾਡੇ ਸਰੀਰ 'ਚ ਪੂਰੇ ਨਹੀਂ ਹੈਗੇ, ਕੋਈ ਤੱਤ ਵੀ ਘਟ ਗਿਆ, ਉਹਦੇ ਨਾਲ ਸਾਡੇ ਜਿਹੜੇ ਆ ਸਮੇਂ ਤੋਂ ਪਹਿਲਾਂ ਵਾਲ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ। ਦੂਜੀ ਗੱਲ ਇਹ ਆ ਕਿ ਅੱਜ ਕੱਲ੍ਹ ਜਿੰਨੇ ਕੈਮੀਕਲੀ ਸ਼ੈਂਪੂ ਆ ਉਹ ਨਹੀਂ ਇਸਤੇਮਾਲ ਕਰਨੇ ਚਾਹੀਦੇ। ਆਯੁਰਵੈਦਿਕ ਜਿਹੜੀ ਮਰਜ਼ੀ ਕੰਪਨੀ ਦਾ ਕਰ ਲਓ, ਆਯੁਰਵੈਦਿਕ ਵਧੀਆ ਸ਼ੈਂਪੂ ਜਿਹੜੇ ਆ ਉਹ ਇਸਤੇਮਾਲ ਕਰਨੇ ਚਾਹੀਦੇ ਆ। ਕਈਆਂ ਦੇ ਖਾਨਦਾਨੀ ਵੀ ਹੋ ਜਾਂਦੇ ਆ। ਬੱਚਿਆਂ ਦੇ ਖਾਨਦਾਨੀ ਹੋਣ ਤਾਂ ਉਹਦਾ ਪੱਕਾ ਇਲਾਜ ਹੈਗਾ ਕਿ ਉਹ ਮੁੜ ਕੇ ਸਾਰੇ ਵਾਲ ਜਿਹੜੇ ਆ ਚਿੱਟੇ ਤੋਂ ਕਾਲੇ ਹੋ ਜਾਂਦੇ ਆ। ਵਾਲ ਜਦੋਂ ਚਿੱਟਾ ਹੁੰਦਾ, ਪਹਿਲਾਂ ਸਿਰੇ ਤੋਂ ਵਾਲ ਚਿੱਟਾ ਹੋਣਾ ਸ਼ੁਰੂ ਹੁੰਦਾ ਅਤੇ ਉਹ ਫਿਰ ਹੌਲੀ ਹੌਲੀ ਪਿਛਾਂਹ ਨੂੰ ਸੁੱਕਦਾ। ਕਈਆਂ ਦੇ ਵਾਲ ਜਿਹੜੇ ਆ ਉਹ ਇਸ ਤਰ੍ਹਾਂ ਸਿਰ ਤੋਂ ਇਸ ਤਰ੍ਹਾਂ ਟਿੱਕਰੀਆਂ ਵਾਂਗੂ ਨਿਕਲ ਜਾਂਦੇ ਆ, ਦਾੜੀ 'ਚੋਂ ਟਿੱਕਰੀਆਂ ਵਾਂਗੂ ਨਿਕਲ ਜਾਂਦੇ। ਕਈਆਂ ਦੀਆਂ ਮੁੱਛਾਂ ਝੜ ਜਾਂਦੀਆਂ, ਕਈਆਂ ਨੂੰ ਵਾਲ ਆਉਂਦੇ ਹੀ ਨਹੀਂ। ਇਹ ਇੱਕ ਬਿਮਾਰੀ ਆ, ਇੱਕ ਕੀੜਾ ਹੁੰਦਾ ਆ, ਉਹਦਾ ਵੀ ਇਲਾਜ ਜਿਹੜਾ ਆਯੁਰਵੈਦਿਕ 'ਚ ਆ, ਆਮ ਉਹਦਾ ਇਲਾਜ ਨਹੀਂ ਹੈਗਾ, ਉਹ ਵੀ ਠੀਕ ਹੋ ਜਾਂਦਾ। ਸਮੇਂ ਤੋਂ ਪਹਿਲਾਂ ਵਾਲ ਝੜਦੇ ਹੋਣ ਜਿਹੜੇ, ਉਹ ਵੀ ਠੀਕ ਹੋ ਜਾਂਦੇ ਆ। ਵਾਲ ਜਿਹੜੇ ਆ ਜਦੋਂ ਪੱਤਝੜ ਆਉਂਦੀ ਆ, ਉਦੋਂ ਹਰ ਇੱਕ ਦੇ ਹੀ ਵਾਲ ਜਿਹੜੇ ਥੋੜ੍ਹੇ ਥੋੜ੍ਹੇ ਝੜਦੇ ਆ। ਉਦੋਂ ਕੋਈ ਵਹਿਮ ਕਰਨ ਦੀ ਲੋੜ ਨਹੀਂ। ਅੱਛਾ, ਕੋਈ ਸਰੋਂ ਦੇ ਤੇਲ ਆਪਾਂ ਮਾਨ ਸਾਹਿਬ ਵੀ ਲੈ ਦੇਣ, ਕਹਿੰਦੇ ਤੇਲ ਸਰੋਂ ਦਾ ਮੁਸ਼ਕ ਮਾਰਦਾ, ਜੈਲਾਂ ਲਾਉਂਦੇ ਨੇ ਵੀ ਜੈਲ ਦਾ ਜ਼ਮਾਨਾ ਆ ਗਿਆ, ਸਰੋਂ ਦਾ ਤੇਲ ਜਿਹੜਾ ਗੁਣਕਾਰੀ ਹੈ ਉਹਨੂੰ ਭੁੱਲ ਗਏ ਆ। ਸਰੋਂ ਦਾ ਤੇਲ ਕਿੰਨਾ ਕੁ ਗੁਣਕਾਰੀ ਹੈ? ਜੇਕਰ ਸਰੋਂ ਦੇ ਤੇਲ ਨਾਲ ਕੋਈ ਨੁਸਖਾ ਦੱਸਣਾ ਹੋਵੇ ਵੀ ਉਹਨੂੰ ਇਸਤੇਮਾਲ ਕਿੱਦਾਂ ਕਰੋ, ਕਿੱਦਾਂ ਤੁਹਾਡੀ ਸਕਿਨ ਦੇ ਲਈ ਵੀ ਫਾਇਦੇਮੰਦ ਹੋਵੇ, ਅਤੇ ਜੇਕਰ ਤੁਸੀਂ ਵਾਲਾਂ ਦੇ ਤੌਰ 'ਤੇ ਉੱਤੇ ਦੇਖਣਾ ਤਾਂ ਉਹਦੇ ਵਿੱਚ ਵੀ ਉਹਦਾ ਲਾਹਾ ਮਿਲੇ, ਕਿੰਨਾ ਕੁ ਗੁਣਕਾਰੀ ਹੈ ਔਰ ਕਿਵੇਂ ਇਸਤੇਮਾਲ ਕਰਨਾ? ਸਰੋਂ ਦਾ ਤੇਲ ਬਹੁਤ ਗੁਣਕਾਰੀ ਆ। ਅੱਜ ਕੱਲ੍ਹ ਰਿਫਾਈਨਡ ਬੰਦ ਕਰਕੇ, ਦੂਜੇ ਡਾਲਡਾ ਘਿਓ ਬੰਦ ਕਰਕੇ ਲੋਕਾਂ ਨੇ ਸਰੋਂ ਦਾ ਤੇਲ ਜਿਹੜਾ ਨਾ ਉਹ ਖਾਣਾ ਸ਼ੁਰੂ ਕੀਤਾ। ਸਰੋਂ ਦਾ ਤੇਲ ਬਾਜ਼ਾਰੋਂ ਲਿਆਓ, ਉਹਨੂੰ ਇੱਕ ਕੜਾਹੀ 'ਚ ਪਾ ਲਓ, ਚੰਗੀ ਤਰ੍ਹਾਂ ਗਰਮ ਕਰਕੇ ਅੱਧਾ ਪੌਣਾ ਚਮਚਾ ਨਮਕ ਦਾ ਲੈ ਕੇ ਉਹਨੂੰ ਗਿੱਲਾ ਕਰਕੇ ਉਹਦੇ ਕੜਾਹੀ ਦੇ ਵਿੱਚ ਜਿਹੜਾ ਉਹਨੂੰ ਸੁੱਟ ਦਿਓ। ਅਤੇ ਉਹਨੂੰ ਨਮਕ ਨੂੰ ਵੀ ਗਿੱਲਾ ਕਰ ਲੈਣਾ? ਹਾਂ, ਉਹਨੂੰ ਕੜਾਹੀ 'ਚ ਸੁੱਟ ਦੇਣਾ ਵਾ, ਅਤੇ ਤੁਹਾਡਾ 5, 7, 10 ਮਿੰਟ ਦੇ ਵਿੱਚ ਬਿਲਕੁਲ ਤੇਲ ਸਾਫ਼ ਹੋ ਜਾਏਗਾ। ਉਹਦੀ ਮੁਸ਼ਕ ਵੀ ਖਤਮ ਹੋ ਜਾਏਗੀ, ਖਾਣ 'ਚ, ਲਾਉਣ 'ਚ, ਸਿਰ 'ਚ ਉਹਦੀ ਸਮੈਲ ਨਹੀਂ ਆਏਗੀ। ਬਾਕੀ ਗਰੀ ਦਾ ਤੇਲ ਬਹੁਤ ਵਧੀਆ, ਉਹਨੂੰ ਗਰਮੀਆਂ 'ਚ ਜਿਹੜਾ ਗਰਮੀ ਕਰਦਾ ਸਿਰ 'ਚ। ਦੂਜੀ ਗੱਲ, ਵਾਲ ਝੜਨ ਦਾ ਕਾਰਨ ਡੈਂਡਰਫ ਆ। ਡੈਂਡਰਫ ਬਹੁਤ ਜ਼ਿਆਦਾ ਹੋ ਜਾਂਦੀ ਆ। ਅਸੀਂ ਕੋਈ ਤਰ ਚੀਜ਼ ਖਾਂਦੇ ਨਹੀਂ, ਦੁੱਧ ਨਹੀਂ ਪੀਂਦੇ, ਘਿਓ ਨਹੀਂ ਖਾਂਦੇ, ਮੱਖਣ ਨਹੀਂ ਖਾਂਦੇ, ਸਰੀਰ 'ਚ ਖੁਸ਼ਕੀ ਆ ਜਾਂਦੀ ਹੈ। ਖੁਸ਼ਕੀ ਆਣ ਕੇ ਇਹ ਕੀੜਾ ਵੀ ਹੁੰਦਾ, ਸਿਰ 'ਚ ਡੈਂਡਰਫ ਆ ਜਾਂਦੀ, ਜਿਹੜੀ ਵਾਲ ਝੜਨ ਦਾ ਕਾਰਨ ਵੀ ਬਣਦੀ ਆ ਅਤੇ ਨਜ਼ਰ ਵੀ ਘੱਟ ਕਰਦੀ ਆ। ਹਾਂਜੀ, ਇਸ ਕਰਕੇ ਉਹਦੇ ਵਾਸਤੇ ਵੀ ਬੜੇ ਬੜੇ ਸ਼ੈਂਪੂ ਤੁਰੇ ਆ। ਉਹ ਫਾਰਦੀ ਟਾਈਮ ਲਾਓ, 2-4 ਦਿਨ 10 ਦਿਨ ਹਟ ਜਾਂਦੀ ਡੈਂਡਰਫ, ਫੇਰ ਹੋ ਜਾਂਦੀ ਆ। ਇਸ ਕਰਕੇ ਉਹਦੇ ਵਾਸਤੇ ਹਰੀਆਂ ਸਬਜ਼ੀਆਂ, ਫਲ ਫਰੂਟ, ਘਿਓ, ਮੱਖਣ, ਦੁੱਧ, ਇਹ ਖਾਣਾ ਬੜਾ ਜ਼ਰੂਰੀ ਆ। ਵਾਲ ਸਮੇਂ ਤੋਂ ਪਹਿਲਾਂ, ਮੈਂ ਪਹਿਲਾਂ ਸਵਾਲ ਕੀਤਾ ਸੀਗਾ, ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਣੇ ਸ਼ੁਰੂ ਹੋ ਗਏ
ਰੋਕਣਾ ਕਿਵੇਂ ਇਹਨਾਂ ਨੂੰ? ਕਿਹੜੀਆਂ ਚੀਜ਼ਾਂ ਦਾ ਸ਼ੈਂਪੂ ਤਾਂ ਆਪਾਂ ਯੂਜ਼ ਕਰੀ ਜਾਂਦੇ ਹਾਂ ਮਹਿੰਗੇ ਤੋਂ ਮਹਿੰਗੇ, ਪਰ ਇੱਕ ਸਮਾਂ ਸੀਗਾ ਜਦੋਂ ਸ਼ਿਕਾਕਾਈ ਦੀ ਗੱਲ ਹੁੰਦੀ, ਜਦੋਂ ਆਵਲਿਆਂ ਦੀ ਗੱਲ ਹੁੰਦੀ ਸੀਗੀ, ਜਦੋਂ ਸਰੋਂ ਦੇ ਤੇਲ ਦਾ ਜੇ ਸਿਰ ਨੂੰ ਲਾਉਣਾ ਤੇ ਸਰੋਂ ਦਾ ਤੇਲ ਹੀ ਬੰਦੇ ਦੇ ਦਿਮਾਗ ਦੇ ਵਿੱਚ ਆਉਂਦਾ ਸੀਗਾ, ਉਹੀ ਇਸਤੇਮਾਲ ਕੀਤਾ ਜਾਂਦਾ ਸੀ। ਅੱਜ ਕੀ ਕਰਨ ਫਿਰ ਜਦੋਂ ਜਿਨ੍ਹਾਂ ਦੇ ਵਾਲ ਚਿੱਟੇ ਹੋ ਰਹੇ ਨੇ ਜਾਂ ਵਾਲ ਸਮੇਂ ਤੋਂ ਪਹਿਲਾਂ ਝੜ ਰਹੇ ਨੇ? ਪਹਿਲੀ ਗੱਲ ਤਾਂ ਲੋਕੀ ਜਿਹੜੇ ਆ ਨਾ, ਜਦੋਂ ਥੋੜ੍ਹੀ ਉਮਰ 'ਚ ਵਾਲ ਚਿੱਟੇ ਹੋ ਜਾਂਦੇ ਆ ਨਾ, ਤੇ ਉਹ ਜਿੰਨੇ ਆ ਰੰਗ ਲਾਉਂਦੇ ਆ ਜਾਂ ਹੋਰ ਇਹੋ ਜਿਹੀਆਂ ਜਿੰਨੀਆਂ ਚੀਜ਼ਾਂ ਲਾਉਂਦੇ ਆ, ਉਹ ਇੱਕ ਵਾਰੀ ਲਾ ਲਓ ਤੁਸੀਂ ਤੇ ਸਮਝੋ ਵੀ ਲਾਗੋ ਸਾਰੇ ਹੀ ਹੋ ਗਏ। ਉਹ ਕਿਉਂਕਿ ਉਹਦੇ ਵਿੱਚ ਤੇਜ਼ਾਬ ਹੁੰਦਾ, ਉਹਨੂੰ ਘੱਟ ਇਸਤੇਮਾਲ ਕਰਨਾ ਚਾਹੀਦਾ। ਸਿੱਕਾਕਾਈ, ਆਮਲਾ, ਰੇਠਾ, ਇਸ ਤਰ੍ਹਾਂ 3-4 ਚੀਜ਼ਾਂ ਨੇ, ਇਹਨਾਂ ਨੂੰ ਪਾ ਕੇ ਅਸੀਂ ਆਪਣੇ ਸਿਰ ਦੇ ਵਿੱਚ ਜਿਹੜਾ ਇਹਨਾਂ ਨੂੰ ਇਹਦੇ ਨਾਲ ਸਿਰ ਧੋਣਾ ਚਾਹੀਦਾ, ਜਾਂ ਇਹਨਾਂ ਨੂੰ ਵਾਲਾਂ 'ਤੇ ਲਾ ਕੇ ਅੱਧਾ ਪੌਣਾ ਘੰਟਾ ਜਿਹੜਾ ਵਿੱਚ ਅੰਬ ਦੀਆਂ ਗਿਟਕਾਂ ਜੇ ਪੈ ਜਾਣ ਤੇ ਹੋਰ ਵਧੀਆ, ਇਹਦਾ ਲੇਪ ਕਰੋ, ਅੱਧੇ ਘੰਟੇ ਬਾਅਦ ਨਹਾ ਲਓ, ਤੇ ਇਹ ਵਾਲ ਵੀ ਕਾਲੇ ਕਰਦਾ ਔਰ ਵਾਲ ਝੜਨੋਂ ਵੀ ਹਟਾਉਂਦਾ ਔਰ ਚਿੱਟੇ ਵੀ ਨਹੀਂ ਦਿਖਣ ਦਿੰਦਾ। ਇੱਕ ਵਾਰ ਦੱਸ ਦਿਓ ਥੋੜ੍ਹਾ ਜਿਹਾ ਨੁਸਖਾ ਵੀ ਤਿਆਰ ਕਿਵੇਂ ਕਰਨਾ? ਤੁਸੀਂ ਔਲਿਆਂ ਦੀ ਗੱਲ ਕੀਤੀ, ਰੇਠੇ ਦੀ ਗੱਲ ਕੀਤੀ ਹੈ, ਅੰਬ ਦੀ ਗਿਟਕ ਦੀ ਗੱਲ ਕੀਤੀ ਹੈ, ਕਿਵੇਂ ਲੇਪ ਤਿਆਰ ਕਰਨਾ ਇਹਦਾ, ਕਿਵੇਂ ਇਸਤੇਮਾਲ ਕਰਨਾ? ਇਹ ਸਿੱਕਾਕਾਈ, ਆਮਲਾ, ਰੇਠੇ, ਅੰਬ ਦੀ ਗਿਟਕ, ਇਹਨਾਂ ਨੂੰ ਇੱਕ ਹੀ ਮਕਦਾਰ ਦੇ ਵਿੱਚ ਅਸੀਂ ਲੈਣਾ ਵਾ। ਉਹ 'ਚ ਥੋੜ੍ਹਾ ਗਰੀ ਦਾ ਤੇਲ ਪਾ ਲਓ ਜਾਂ ਸਰੋਂ ਦਾ ਤੇਲ ਪਾ ਲਓ, ਇਹਦੇ ਨਾਲ ਤੁਸੀਂ ਵਾਲਾਂ 'ਤੇ ਲੇਪ ਕਰ ਲਓ, ਪਾਣੀ ਨਾਲ ਵੀ ਕਰ ਸਕਦੇ ਜੇ, ਔਰ ਇਹ ਬਹੁਤ ਲਾਭਦਾਇਕ ਆ ਔਰ ਕੋਈ ਕਿਸੇ ਤਰ੍ਹਾਂ ਦਾ ਇਹ ਨੁਕਸਾਨ ਨਹੀਂ ਕਰਦੇ। ਜਿਹੜੇ ਅੱਜ ਕੱਲ੍ਹ ਦੇ ਜਿੰਨੀਆਂ ਤੁਸੀਂ ਲਾਉਂਦੇ ਜੇ ਮਹਿੰਦੀ, ਕਾਲੀ ਮਹਿੰਦੀ ਲਾਉਂਦੇ ਜਾਂ ਹੋਰ ਜਿੰਨੇ ਵੀ ਰੰਗ ਲਾਉਂਦੇ ਜੇ, ਉਹਨਾਂ ਦੇ ਸਾਈਡ ਇਫੈਕਟ ਬੜੇ, ਕਈ ਲੋਕਾਂ ਦੇ ਅੱਖਾਂ 'ਤੇ ਬਹੁਤ ਇਫੈਕਟ ਹੋ ਜਾਂਦਾ, ਕਈਆਂ ਨੂੰ ਅੱਖਾਂ ਦੀ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ, ਕਈਆਂ ਨੂੰ ਸਿਰ ਦੀ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ ਆ, ਕਈਆਂ ਨੂੰ ਸਿਰ 'ਤੇ ਜਾਂ ਲਾਗੇ ਖਾਰਸ਼ ਸ਼ੁਰੂ ਹੋ ਜਾਂਦੀ ਆ। ਬਹੁਤ ਹੀ ਇਹ ਕਈ ਐਸੇ ਜਿਹੜੇ ਇਹ ਪ੍ਰੋਡਕਟ ਨੇ ਉਹ ਨੁਕਸਾਨਦੇਹ ਨੇ। ਆਯੁਰਵੈਦਿਕ ਚੀਜ਼ ਨੂੰ ਅਸੀਂ ਤਰਜੀਹ ਦਈਏ ਔਰ ਬੜੇ ਤਰੀਕੇ ਨਾਲ ਤਰਜੀਹ ਦਈਏ, ਜਾਂ ਕਿਸੇ ਵੈਦ ਕੋਲੋਂ ਲੈ ਕੇ ਉਹ ਜਿਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ, ਜਾਂ ਬਾਜ਼ਾਰ 'ਚੋਂ ਵੀ ਆਯੁਰਵੈਦਿਕ ਮਿਲ ਜਾਂਦੀਆਂ, ਉਹਨਾਂ ਨੂੰ ਇਸਤੇਮਾਲ ਕਰੋ ਤੇ ਆਪਣਾ ਫਾਇਦਾ ਉਠਾਓ। ਅੱਛਾ, ਆਖਰ ਦੇ ਵਿੱਚ ਆਪਾਂ ਇੱਕ ਹੋਰ ਬੜੀ ਗੰਭੀਰ ਸਮੱਸਿਆ ਹੈਗੀ ਆ ਬਵਾਸੀਰ ਦੀ। ਆਪਾਂ ਆਮ ਜਦੋਂ ਕਿਤੇ ਨਿਕਲੀਏ ਤਾਂ ਬਹੁਤ ਵੱਡੇ ਬੋਰਡ ਲੱਗੇ ਨੇ। ਇਹ ਸਮੱਸਿਆ ਕੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ, ਕਿਵੇਂ ਇਨਸਾਨ ਨੂੰ ਜਕੜ 'ਚ ਲੈਂਦੀ ਹੈ ਫਿਰ, ਔਰ ਖਤਰਨਾਕ ਕਿੰਨੀ ਹੋ ਜਾਂਦੀ ਹੈ? ਹਾਂਜੀ, ਬਵਾਸੀਰ ਇੱਕ ਬੜੀ ਗੰਭੀਰ ਬਿਮਾਰੀ ਆ। ਅੱਗੇ ਜਿਸ ਤਰ੍ਹਾਂ ਦੱਸਿਆ ਵੀ ਖਾਣ ਪਾਣ ਤੋਂ ਹੀ ਹੁੰਦੀ ਆ। ਅਸੀਂ ਮਿਰਚ ਮਸਾਲਾ ਜ਼ਿਆਦਾ ਖਾਂਦੇ ਹਾਂ, ਤਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਗਰਮ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਮੈਦਾ ਜੰਕ ਫੂਡ ਜ਼ਿਆਦਾ ਖਾਂਦੇ ਹਾਂ। ਇਹ ਸਾਨੂੰ ਜਿਹੜੇ ਇਹੋ ਜਿਹੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਆ। ਬਵਾਸੀਰ 4 ਤਰ੍ਹਾਂ ਦੀ ਹੁੰਦੀ ਆ, ਖੂਨੀ, ਬਾਦੀ, ਖੁਸ਼ਕ ਤੇ ਮੌਕੇ ਵਾਲੀ। ਇਹ ਸਾਰੀਆਂ ਹੀ ਜਿਹੜੀਆਂ ਬੜੀਆਂ ਹੀ ਦੁੱਖਦਾਈ ਤੇ ਬੜੇ ਸਰੀਰ ਨੂੰ ਤਕਲੀਫ ਦੇਣ ਵਾਲੀਆਂ। ਜਦੋਂ ਬਵਾਸੀਰ ਹੁੰਦੀ ਆ, ਉਹ ਹੌਲੀ ਪਹਿਲਾਂ ਦਰਦ ਸ਼ੁਰੂ ਹੁੰਦੀ ਆ, ਫਿਰ ਉਹ ਹੌਲੀ ਜਿਹੜੀਆਂ ਬਾਹਰਲੀਆਂ ਰੈਕਟਮ ਦੀਆਂ ਸ਼ਿਰਾਵਾਂ ਉਹ ਫੁੱਲ ਕੇ ਉਹ ਮੌਕਿਆਂ ਦਾ ਰੂਪ ਧਾਰ ਲੈਂਦੀਆਂ। ਕਈਆਂ ਨੂੰ ਮੱਸਿਆ ਪੁੰਨਿਆਂ 'ਤੇ ਉਹ ਫੁੱਟ ਕੇ ਤੇ ਖੂਨ ਬਹਿਣਾ ਸ਼ੁਰੂ ਹੋ ਜਾਂਦਾ। ਕਈਆਂ ਦੇ ਲਾਲ ਰੰਗ ਦਾ ਖੂਨ ਆਉਂਦਾ, ਕਈਆਂ ਦੇ ਕਾਲੇ ਰੰਗ ਦਾ ਖੂਨ ਆਉਂਦਾ, ਕਈਆਂ ਦੇ ਖੂਨ ਆਉਂਦਾ ਹੀ ਰਹਿੰਦਾ। ਕਈਆਂ ਨੂੰ ਰੈਕਟਮ 'ਤੇ ਬਹੁਤ ਖਾਰਿਸ਼ ਹੁੰਦੀ ਆ, ਕਈਆਂ ਨੂੰ ਪੋਟੀ ਕਰਕੇ ਆਉਣ ਤਾਂ ਉਹਨਾਂ ਨੂੰ 2-2, 4-4 ਘੰਟੇ ਉਹਨਾਂ ਕੋਲ ਬੈਠਾ ਨਹੀਂ ਜਾਂਦਾ ਔਰ ਤੁਰਿਆ ਨਹੀਂ ਜਾਂਦਾ, ਉਹਨਾਂ ਦੇ ਇੰਨੀ ਦਰਦ ਹੁੰਦੀ ਆ। ਜਿਨ੍ਹਾਂ ਦੇ ਬਵਾਸੀਰ ਆ ਉਹਨਾਂ ਨੂੰ ਕਦੀ ਵੀ ਜਿਹੜੀ ਆ ਕਬਜ਼ ਨਹੀਂ ਹੋਣ ਦੇਣੀ ਚਾਹੀਦੀ। ਮਿਰਚ ਮਸਾਲਾ ਜਿਹੜਾ ਬਹੁਤ ਘੱਟ ਖਾਣਾ ਚਾਹੀਦਾ, ਨਮਕ ਵੀ ਘੱਟ ਖਾਣਾ ਚਾਹੀਦਾ, ਤਲੀਆਂ ਚੀਜ਼ਾਂ ਦਾ ਖਾਸ ਕਰਕੇ ਪਰਹੇਜ਼ ਰੱਖਣਾ ਚਾਹੀਦਾ। ਮੈਦੇ ਵਾਲੀਆਂ ਚੀਜ਼ਾਂ ਬਜ਼ਾਰੀ ਜਿਹੜੀਆਂ ਅੱਜ ਕੱਲ੍ਹ ਲੋਕ ਜ਼ਿਆਦਾ ਬਰਗਰ ਉਹ ਸਾਰੇ ਇਹ ਇਸਤੇਮਾਲ ਕਰਦੇ ਆ, ਇਹਨਾਂ ਤੋਂ ਜਿਹੜਾ ਪਰਹੇਜ਼ ਰੱਖਣਾ ਚਾਹੀਦਾ। ਔਰ ਰਾਤ ਨੂੰ ਸੌਣ ਲੱਗਿਆ ਵੀ 1 ਗਲਾਸ ਪਾਣੀ ਪੀਓ, ਅਤੇ ਸਵੇਰੇ ਵੀ ਜਿਹੜਾ ਵਾ ਉਹ ਉੱਠ ਕੇ 2 ਗਲਾਸ ਪਾਣੀ ਪੀਣਾ। 1 ਗਲਾਸ ਪਾਣੀ ਪੀ ਕੇ 5 ਮਿੰਟ ਬਾਅਦ ਫਿਰ ਪਾਣੀ ਪੀਣਾ, ਪਰ ਬੈਠ ਕੇ ਪੀਣਾ ਵਾ, ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ। ਔਰ ਜਦੋਂ ਤੁਸੀਂ ਆਪਣੇ ਪੋਟੀ ਕਰਨ ਜਾਂਦੇ ਜੇ ਅਤੇ ਸਾਡੀ ਰੈਕਟਮ ਦੇ ਵਿੱਚ ਚੌਲਾਂ ਦੇ ਦਾਣੇ ਜਿੰਨੀ ਤਕਰੀਬਨ 90% ਜਿਹੜੀ ਆ ਪੋਟੀ ਰਹਿ ਜਾਂਦੀ ਆ। ਅਸੀਂ ਬਾਹਰੋਂ ਸਾਫ਼ ਕਰ ਲੈਂਦੇ ਹਾਂ। ਸਾਨੂੰ ਥੋੜ੍ਹੀ ਜਿਹੀ ਬਿਲਕੁਲ ਜਿਸ ਤਰ੍ਹਾਂ ਬਹੁਤ ਮਾਮੂਲੀ ਜਿਹੀ ਉਂਗਲੀ ਪਾ ਕੇ ਸਾਨੂੰ ਸਾਫ਼ ਕਰਨੀ ਚਾਹੀਦੀ ਆ, ਨਹੀਂ ਤਾਂ ਉਹਨੂੰ 10-12 ਘੰਟੇ ਬਾਅਦ ਜਾਂ 8 ਘੰਟੇ ਬਾਅਦ ਬਦਬੂ ਪੈ ਕੇ ਕਹਿਣ ਦਾ ਮਤਲਬ ਵੀ ਆਪਾਂ ਸਫਾਈ ਰੱਖਣੀ ਆ, ਘੱਟੋ ਸਫਾਈ ਰੱਖਣੀ ਆ। ਉਹਨੂੰ ਹੀ ਸਾਫ਼ ਰੱਖਾਂਗੇ
ਤੇ ਉਹ ਸਾਡੇ ਕਿਸੇ ਕਿਸਮ ਦੀ ਜਿਹੜੀ ਆ ਇਹੋ ਜੀ ਇਨਫੈਕਸ਼ਨ ਨਹੀਂ ਹੋਊਗੀ। ਔਰ ਬਵਾਸੀਰ ਹੋਣ ਦੇ ਵੀ ਕਈ ਚਾਂਸ ਘਟਣਗੇ। ਸਾਨੂੰ ਆਪਣੀ ਨਾਭੀ 'ਚ ਔਰ ਰੈਕਟਮ 'ਚ ਸਰੋਂ ਦਾ ਤੇਲ ਲਾਉਣਾ ਜਿਹੜਾ ਨਾ ਰੋਜ਼ 2 ਵਾਰੀ, ਇਹ ਬਹੁਤ ਜ਼ਰੂਰੀ ਆ। ਠੀਕ ਹੈ ਵੈਦ ਜੀ, ਅੱਜ ਫਿਰ ਤੁਸੀਂ ਬੜੀਆਂ ਗੰਭੀਰ ਸਮੱਸਿਆਵਾਂ ਨੇ ਔਰ ਸਮਾਂ ਕੱਢਿਆ, ਇਸ ਲਈ ਤੁਹਾਡਾ ਧੰਨਵਾਦ ਹੈ। ਔਰ ਬੜੀ ਵਿਸਥਾਰ ਦੇ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ। ਔਰ ਇੱਕ ਤੁਹਾਡੀ ਬਹੁਤ ਮੈਨੂੰ ਚੰਗੀ ਗੱਲ ਲੱਗਦੀ ਹੈ ਜਿਹੜੀ ਤੁਸੀਂ ਨੁਸਖੇ ਦੱਸਦੇ ਨੇ। ਇੱਥੇ ਤਾਂ ਕੋਈ ਫ੍ਰੀ ਦੀ ਸਲਾਹ ਨਹੀਂ ਦਿੰਦਾ, ਪਰ ਤੁਸੀਂ ਨੁਸਖੇ ਦੱਸ ਦਿੰਦੇ ਹੋ ਵੀ ਘੱਟੋ ਘੱਟ ਲੋਕ ਆਪਣੇ ਪੱਧਰ ਦੇ ਉੱਤੇ ਉਹ ਇਲਾਜ ਜਿਹੜਾ ਹੈ ਉਹਦੀ ਸ਼ੁਰੂਆਤ ਤਾਂ ਕਰ ਸਕਣ। ਅੱਗੇ ਤਾਂ ਬੰਦਾ ਫੋਨ ਕਰਕੇ ਵੀ ਪੁੱਛ ਲੈਂਦਾ। ਤਾਂ ਜੇ ਆਪਣਾ ਨੰਬਰ ਵੀ ਜ਼ਰੂਰ ਜੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਤੁਹਾਡੇ ਨਾਲ, ਕਿਉਂਕਿ ਸੰਪਰਕ ਵੀ ਕਰਨਾ ਚਾਹੁੰਦੇ ਹੋਣਗੇ ਦਰਸ਼ਕ। ਹਾਂਜੀ, ਸਾਡਾ ਨੰਬਰ ਹੈ 9815144706। ਮੈਂ ਬਵਾਸੀਰ ਵਾਸਤੇ ਇੱਕ ਨਿੱਕਾ ਜਿਹਾ ਨੁਕਸਾ ਦੱਸਣ ਲੱਗਾ। ਰੇਠੇ ਲੈ ਲੈਣੇ ਆ, ਰੇਠਿਆਂ ਦੇ ਸਿੱਕੜ ਲਾ ਲੈਣੇ ਆ ਔਰ ਥੱਲਿਓਂ ਗਿਰੀ ਕੱਢ ਲੈਣੀ ਆ। ਜਿਹੜੀ ਗਿਰੀ ਤੇ ਸਿੱਕੜ ਜਿਹੜੇ ਕੁੱਟ ਲੈਣੇ ਆ, ਕੁੱਟ ਕੇ ਥੋੜ੍ਹੇ ਜਿਹੇ ਵਿੱਚ ਕਾਲੇ ਛੋਲੇ ਭੁੱਜੇ ਪਾ ਲਓ ਅਤੇ ਉਹ ਅੱਧਾ ਚਮਚ ਜਿਹੜਾ ਨਾ ਉਹ ਸਵੇਰੇ ਲੈਣਾ, ਉਹ ਖਾਲੀ ਪੇਟ। ਉਹਦੇ ਨਾਲ ਵੀ ਤਕਰੀਬਨ 30-40 ਤਰ੍ਹਾਂ ਦੀ ਬਵਾਸੀਰ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ। ਇਹ ਆਮ ਚੀਜ਼ਾਂ ਨੇ, ਚੀਜ਼ਾਂ ਹੈ ਵੀ ਸਸਤੀਆਂ ਨੇ, ਪਰ ਬੰਦਾ ਫਿਰ ਕਈ ਵਾਰ ਨਹੀਂ ਪਤਾ ਲੱਗਦਾ, ਜਾਣਕਾਰੀ ਨਹੀਂ ਹੁੰਦੀ, ਤਾਂ ਫਿਰ ਮਹਿੰਗੇ ਇਲਾਜਾਂ ਨੂੰ ਤਾਂ ਜਾਣਦੇ ਆ, ਤਕਲੀਫਦਾਇਕ ਵੀ ਹੋ ਜਾਂਦੇ। ਹਾਂਜੀ, ਬਵਾਸੀਰ ਵੇਖੋ ਇਹਦੇ ਨਾਲ ਸਾਰੇ ਤਰ੍ਹਾਂ ਦੀ ਤਾਂ ਨਹੀਂ ਹਟਦੀ, ਕਿਉਂਕਿ 4 ਤਰ੍ਹਾਂ ਦੀ ਉਹਦੇ ਤੱਤ ਸਾਰੇ ਵਿਗੜੇ ਹੁੰਦੇ ਆ। ਉਹ ਤੱਤਾਂ ਨੂੰ ਠੀਕ ਕਰਨਾ ਹੁੰਦਾ ਪੂਰੀ ਤਰ੍ਹਾਂ। ਜਿੰਨੇ ਅੰਦਰ ਦੇ ਤੱਤ ਠੀਕ ਨਹੀਂ ਹੁੰਦੇ, ਬਵਾਸੀਰ ਠੀਕ ਨਹੀਂ ਹੁੰਦੀ। ਅਸੀਂ ਜਦੋਂ ਮੈਡੀਸਨ ਦਿੰਦੇ ਆ ਅਤੇ ਉਹਦੇ ਨਾਲ ਮੌਕੇ ਸੁੰਗੜ ਕੇ ਫਿਰ ਚਿੱਚੜ ਵਾਂਗੂ ਜਿੱਥੇ ਉਹ ਫੁੱਲੇ ਹੁੰਦੇ ਉੱਥੇ ਹੀ ਚੱਲ ਜਾਂਦੇ ਆ ਅਤੇ ਉਹ ਠੀਕ ਹੋ ਜਾਂਦੇ ਆ। ਇਹ ਦਵਾਈਆਂ ਸਾਡੀਆਂ ਬਾਹਰ ਬਹੁਤ ਜਾਂਦੀਆਂ, ਦੂਜੀਆਂ ਸਟੇਟਾਂ 'ਚ ਵੀ ਜਾਂਦੀਆਂ। ਸਾਡਾ ਦਿੱਲੀ ਕਲੀਨਿਕ ਆ, ਉੱਥੇ ਹੀ ਮਹੀਨੇ 2 ਵਾਰੀ ਜਾਂਦੇ ਹਾਂ, 18-19 ਤਰੀਕ ਨੂੰ ਅਤੇ 5-6 ਨੂੰ ਜਾਂਦੇ ਹਾਂ। ਉੱਥੇ ਭਾਂਤ ਭਾਂਤ ਦੇ ਦਿੱਲੀ 'ਚ ਲੋਕ ਆ, ਹਰ ਸਟੇਟ ਦਾ ਹੈਗਾ, ਅਤੇ ਉੱਥੇ ਫਿਰ ਉਹ ਬਾਹਰ ਸਾਡੇ ਕੋਲ ਦੂਜੀਆਂ ਸਟੇਟਾਂ 'ਚ ਵੀ ਸਾਰੇ ਤਰ੍ਹਾਂ ਦੀਆਂ ਦਵਾਈਆਂ ਮੰਗਵਾਉਂਦੇ ਆ। ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਆਰਾਮ ਆਉਂਦਾ ਅਤੇ ਸਾਨੂੰ ਚੰਗਾ ਰਿਸਪੌਂਸ ਮਿਲਦਾ। ਅਸੀਂ ਫਿਰ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਆਣ ਕੇ ਫਿਰ ਇੱਕ ਵਾਰੀ ਲੋਕਾਂ ਦੀ ਸੇਵਾ ਵਾਸਤੇ ਜੋ ਹੈ ਇਹ ਜਾਣਕਾਰੀਆਂ ਲੋਕਾਂ ਤੱਕ ਪ੍ਰੋਵਾਈਡ ਕੀਤੀਆਂ। ਵੈਦ ਜੀ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਵੈਦ ਅਵਤਾਰ ਸਿੰਘ ਨਿਰਮਾਣ। ਵਿਸਥਾਰ ਦੇ ਵਿੱਚ ਜਾਣਕਾਰੀ ਤੁਹਾਨੂੰ ਅੱਜ ਚਮੜੀ ਰੋਗਾਂ ਦੇ ਨਾਲ ਜੁੜੀ ਹੋਈ ਦਿੱਤੀ ਹੈ। ਖਾਸ ਤੌਰ ਦੇ ਉੱਤੇ ਗੰਭੀਰ ਸਮੱਸਿਆ ਜਿਹੜੀ ਬਵਾਸੀਰ ਦੀ ਆ ਉਹਦੇ ਨਾਲ ਰਿਲੇਟਡ ਨਾ ਸਿਰਫ ਤੁਹਾਨੂੰ ਉਸਦੇ ਕਾਰਨ ਦੱਸੇ ਨੇ, ਪਰਹੇਜ਼ ਦੱਸਿਆ, ਉਸਦੇ ਨਾਲ ਨਾਲ ਤੁਹਾਨੂੰ ਇਲਾਜ ਵੀ ਦੱਸਿਆ ਕਿ ਤੁਸੀਂ ਘਰ ਬੈਠੇ ਉਸਦਾ ਇਲਾਜ ਕਿਵੇਂ ਕਰ ਸਕਦੇ ਹੋ। ਹਾਲਾਂਕਿ ਜਿਹੜੀ ਵਿਧੀ ਅਪਣਾਉਣੀ ਆ ਉਹ ਸਲਾਹ ਦੇ ਨਾਲ ਜ਼ਰੂਰ ਅਪਣਾਇਓ, ਕਿਉਂਕਿ ਕਈ ਵਾਰ ਬਾਅਦ ਘੱਟ ਕਿਸੇ ਚੀਜ਼ ਦੀ ਹੋ ਜਾਏ, ਉਹਦੇ ਨਾਲ ਤੁਹਾਡੀ ਸਮੱਸਿਆ ਕਿਤੇ ਵਿਗੜ ਨਾ ਜਾਵੇ। ਇਸ ਲਈ ਤੁਹਾਨੂੰ ਨੰਬਰ ਹੀ ਸ਼ੇਅਰ ਕੀਤਾ ਹੈ ਔਰ ਤੁਸੀਂ ਸਿੱਧੇ ਤੌਰ ਦੇ ਉੱਤੇ ਵੈਦ ਅਵਤਾਰ ਸਿੰਘ ਨਿਰਮਾਣ ਹੋਣਾ ਜੀ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ। ਫਿਲਹਾਲ ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕਾਦੀਆਂ।